सतनाम श्री वाहिगुरु साहिब जी। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। जप आद सच जुगाद सच है भी सच। नानक होसी भी सच। जेता जियो बिन सब तेरा तू अंतरयामी पुरख भगवान। दासन दास कहे जन नानक जिहा तू कराए त्या हों करी बख्यान। सतनाम वाहिगुरु साहिब जी। महला पहला। साम कह सेत अंबर स्वामी सच में आछै साच रहे। सब को सच समावै ऋग कह रहया भरपूर। राम नाम देवा मैं सूर नाए लिया पराशत जाए। नानक तो मोख अंतर पाए। जुज में जोर छली चंद्रावल कान कृष्ण जादम भया। पार जात गोपी ले आया बिंद्रा वन में रंग किया। कल में वेद अथर्वण हुआ नाव खुदाई अलो भया। नील वस्त्र ले कपड़े पहरे तुर्क पठानी अमल किया। चारे वेद होए सचयार पढ़ै गुणै तिन चार विचार। भाव भगत कर नीच सदाए तो नानक मोख अंतर पाए। भाव भगत कर नीच सदाए तो नानक मोख अंतर पाए। वाहिगुरु जी का खालसा वाहिगुरु जी की फतेह। परम सत्कारयोग जुगो जुग अटल छबर छतर तख्त मालक। धन धन श्री गुरु ग्रंथ साहिब जी महाराज सच्चे पातशाह बख्शिश की है सतसंगत विच बैठण दा। वाहिगुरु जी की सिफत सलाह वडियाई करन दा सुभाग बख्शिया है। सतगुरु जी की पावन बाणी की जो लड़ीवार कथा इस पावन अस्थान ते चल रही है। इस दे तहत आसा की वार दी पावन बाणी 13वीं पौड़ी दे नाल 2 श्लोक जो आए हैं। पहले श्लोक की कथा आप जी ने श्रवण की है। दूसरे श्लोक का इस समय पाठ किया गया है। साहिब सच्चे पातशाह धन गुरु नानक देव जी महाराज इन्हां पावन अमृत बचनों द्वारा जो सानू उपदेश दे रहे हैं कि संसार दे विच मनुखा जीवन 84 लाख जूनियां विचों श्रोमणी है, उच्चा है, सब नालों अगे है। ਇਹਦਾ एक लक्ष्य भी है।
ਉਹ ਲਕਸ਼ ਕੀ ਹੈ? ਵਾਹਿਗੁਰੂ ਦੀ ਪ੍ਰਾਪਤੀ ਕਰਨੀ। ਹੋਰ ਦੁਨੀਆਂ ਦੇ ਕੋਲ ਵੀ ਆਤਮਾ ਸਾਡੇ ਵਰਗੀ ਹੈ, ਪਰ ਉੱਥੇ ਆਤਮ ਸ਼ਕਤੀ ਇਤਨੀ ਚੇਤਨ ਨਹੀਂ ਹੈ ਜਿਤਨੀ ਕੁ ਮਨੁੱਖਾ ਤਨ ਦੇ ਵਿੱਚ ਇਹਨੂੰ ਚੇਤਨਤਾ ਮਿਲੀ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਪਰ ਮਨੁੱਖ ਨੂੰ ਵਾਹਿਗੁਰੂ ਮਿਲੇਗਾ ਕਿਵੇਂ? ਜਦੋਂ ਸੱਚੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਜਾਵੇਗਾ, ਗੁਰੂ ਦੀ ਮੱਤ ਨੂੰ ਧਾਰਨ ਕਰ ਲਵੇਗਾ। ਤੇ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਮਨੁੱਖ ਜਿਸ ਤਰ੍ਹਾਂ ਦੀ ਸੰਗਤ ਕਰਦਾ ਹੈ, ਜਿਸ ਤਰ੍ਹਾਂ ਦੀ ਸੁਸਾਇਟੀ ਵਿੱਚ ਰਹਿੰਦਾ ਹੈ, ਉਸੇ ਤਰ੍ਹਾਂ ਦਾ ਇਹਦੇ ਜੀਵਨ ਦਾ ਪ੍ਰਯੋਜਨ ਹੋ ਜਾਂਦਾ ਹੈ, ਉਸੇ ਤਰ੍ਹਾਂ ਦੇ ਕਰਮ ਕਰਨ ਲੱਗ ਜਾਂਦਾ ਹੈ। ਇਸ ਕਰਕੇ ਜੇ ਰੱਬ ਨੂੰ ਮਿਲਣਾ ਹੈ ਤਾਂ ਸੱਚੇ ਸਤਿਗੁਰੂ ਦੀ ਸ਼ਰਨ ਵਿੱਚ ਆਉਣਾ ਪਵੇਗਾ, ਨਹੀਂ ਤੇ ਜੀਵ ਹੋਰ ਹੋਰ ਕਰਮ ਕਰੀ ਜਾਵੇਗਾ। ਤੇ ਜਦੋਂ ਹੋਰ ਹੋਰ ਕਰਮ ਕਰੇਗਾ, ਕਿਉਂਕਿ ਫਿਰ ਲਕਸ਼ ਹੋਰ ਹੋਵੇਗਾ, ਤੇ ਜਦੋਂ ਲਕਸ਼ ਹੋਰ ਹੋਵੇਗਾ ਤੇ ਉਹਦੇ ਤਰ੍ਹਾਂ ਦੇ ਕਰਮ ਕਰੇਗਾ, ਤਾਂ ਫਿਰ ਇਹਦੇ ਅੰਦਰ ਕੋਈ ਨਾ ਕੋਈ ਵਾਸ਼ਨਾ ਟਿਕੀ ਰਹੇਗੀ। ਜੁਗ ਜੁਗ ਮੇਲ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ। ਸਰੀਰ ਇੱਕ ਰੱਥ ਦੀ ਤਰ੍ਹਾਂ ਹੈ। ਆਤਮਾ ਜਦੋਂ ਤੱਕ ਪਰਮਾਤਮਾ ਵਿੱਚ ਲੀਨ ਨਹੀਂ ਹੁੰਦੀ, ਉਦੋਂ ਤੱਕ ਇਹਨੂੰ ਕੋਈ ਨਾ ਕੋਈ ਰੱਥ ਮਿਲਦਾ ਰਹੇਗਾ। ਇਸ ਕਰਕੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਜਦੋਂ ਲਕਸ਼ ਹੁੰਦਾ ਹੈ, ਉਹਦੇ ਮੁਤਾਬਕ ਹੀ ਰੱਥ ਹੋ ਜਾਂਦਾ ਹੈ। ਜੈਸਾ ਲਕਸ਼ ਹੁੰਦਾ ਹੈ, ਜਦੋਂ ਮਨੁੱਖ ਦਾ ਲਕਸ਼ ਹੋਵੇ ਧਰਮ ਨੂੰ ਪ੍ਰਾਪਤ ਕਰਨਾ ਹੈ, ਉਦੋਂ ਇਹਦੇ ਵਿੱਚ ਸੰਤੋਖ ਆਦਿਕ ਦੈਵੀ ਗੁਣ ਆ ਜਾਂਦੇ ਨੇ। ਉਦੋਂ ਸਰੀਰ ਸੰਤੋਖ ਦੀ ਬਿਰਤੀ ਧਾਰਨ ਕਰ ਲੈਂਦਾ ਹੈ। ਸਰੀਰ ਰੂਪੀ ਰੱਥ, ਸਤਿਯੁਗ ਦੇ ਵਿੱਚ ਲੋਕ ਬੜੇ ਸੰਤੋਖੀ ਸਨ, ਤੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਤਿਯੁਗ ਰਸ ਸੰਤੋਖ ਕਾ ਧਰਮ ਅੱਗੇ ਰਥਵਾਹੋ। ਉਸ ਜੀਵਨ ਨੂੰ ਧਰਮ ਚਲਾ ਰਿਹਾ ਹੈ, ਫਿਰ ਉਹਦੇ ਵਿੱਚ ਧਰਮ ਆ ਗਿਆ ਹੈ। ਰੱਥ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ ਜਿਸ ਤਰ੍ਹਾਂ ਦਾ ਲਕਸ਼ ਹੋਵੇ। ਜੇ ਮਨੁੱਖ ਦਾ ਲਕਸ਼ ਹੈ ਵੀ ਮੈਂ ਕੁਝ ਪ੍ਰਾਪਤੀ ਕਰਨੀ ਹੈ, ਦੁਨੀਆ ਦੇ ਵਿੱਚ ਇੱਕ ਵੱਖਰਾਪਣ ਬਣਾਉਣਾ ਹੈ ਆਪਣੇ ਆਪ ਨੂੰ, ਉਹਦੇ ਵਾਸਤੇ ਬੜਾ ਜ਼ੋਰ ਚਾਹੀਦਾ ਹੈ, ਤੇ ਉਸ ਤਰ੍ਹਾਂ ਦੇ ਫਿਰ ਕਰਮ ਕਰਨੇ ਪੈਣਗੇ। ਇਹ ਵਿਚਾਰ ਆਪਾਂ ਪਹਿਲਾਂ ਕੀਤੀ ਹੈ। ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹੋ। ਹੁਣ ਇਹਦੇ ਨਾਲ ਹੀ ਅੱਗੇ 4 ਵੇਦਾਂ ਦੀ ਗੱਲ ਮਹਾਰਾਜ ਨੇ ਕੀਤੀ ਹੈ। ਤੇ ਜੋ ਲੋਕਾਂ ਦੀ ਮਨੋਤ ਚੱਲੀ ਆ ਰਹੀ ਸੀ, ਜਾਂ ਅੱਜ ਵੀ ਤੁਸੀਂ ਵੇਖੋ ਹਿੰਦੂ ਧਰਮ ਦੇ ਵਿੱਚ ਉਹ ਵੇਦਾਂ ਦੀ 4 ਵੇਦ ਜਿਹੜੇ ਹਨ, ਸ਼ਾਮ ਵੇਦ, ਉਹਦੀ ਮਰਿਆਦਾ ਸਤਿਯੁਗੀ ਕਹੀ ਗਈ ਹੈ। ਜਿਹੜਾ ਹੈ ਰਿਗ ਵੇਦ, ਉਹਦੇ ਵਿੱਚ ਤ੍ਰੇਤੇ ਯੁੱਗ ਵਾਲੀ ਮਰਿਆਦਾ ਹੈ। ਜਿਹੜਾ ਹੈ ਦੁਆਪਰ ਯੁੱਗ, ਉਹਦੇ ਵਿੱਚ ਯੁਜਰ ਵੇਦ ਵਾਲੀ ਮਰਿਆਦਾ ਹੈ। ਜਿਹੜਾ ਅਥਰਵਣ ਹੈ, ਇਹਦੇ ਵਿੱਚ ਕਲਯੁਗੀ ਮਰਿਆਦਾ ਹੈ। ਵੇਦਾਂ ਨੂੰ ਤੁਸੀਂ ਪੜ੍ਹੋ,
ਉਸੇ ਤਰ੍ਹਾਂ ਦਾ ਸੁਭਾਅ ਗੁਣ ਉਹਨਾਂ ਵੇਦਾਂ ਦੇ ਵਿੱਚ ਦੱਸਿਆ ਹੈ। ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾਹੋ। ਇਹਦਾ ਵੇਦ ਹੈ ਕਲਯੁਗ ਦਾ ਅਥਰਵਣ। ਅਥਰਵਣ ਵੇਦ ਦੇ ਵਿੱਚ ਕੀ ਹੈ? ਪਰਮਾਤਮਾ ਦੇ ਨਾਮ ਦੀ ਗੱਲ ਬਹੁਤ ਘੱਟ ਹੈ। ਜਾਦੂ ਟੂਣੇ ਧਾਗੇ ਤਵੀਤ ਇਹਨਾਂ ਦੇ ਮੰਤਰ ਬੜੇ ਲਿਖੇ ਹੋਏ ਨੇ। ਕਲਯੁਗੀ ਮਰਿਆਦਾ ਕਲਯੁਗ ਦੇ ਵਿੱਚ ਅਥਰਵਣ ਵੇਦ ਪ੍ਰਧਾਨ ਹੈ। ਅਤੇ ਤੁਸੀਂ ਵੇਖੋ ਅੱਜ ਸੰਸਾਰ ਦੇ ਵਿੱਚ ਇਹ ਬਹੁਤਾ ਕੁਝ ਚੱਲ ਰਿਹਾ ਹੈ। ਧਾਗੇ ਤਵੀਤ ਟੂਣੇ ਇਤਿਆਦਿਕ ਇਹ ਦੇਖੋ ਤੁਹਾਨੂੰ ਹਰ ਇੱਕ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਮਿਲ ਜਾਣਗੇ। ਸਿਰ ਮਾਰਨ ਵਾਲੇ ਲੋਕ ਮਿਲ ਜਾਣਗੇ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਈ ਇੱਦਾਂ ਜੀਵ ਨੂੰ ਆਪਣੇ ਲਕਸ਼ ਦੀ ਪ੍ਰਾਪਤੀ ਨਹੀਂ ਹੈ। ਫਿਰ ਇਹ ਜੀਵ ਭਟਕਦਾ ਹੈ। ਆਤਮਾ ਵਾਰ-ਵਾਰ ਇਹਦਾ ਰਥ ਬਦਲਿਆ ਅਤੇ ਫਿਰ ਇਹ ਕਦੇ ਕਿਸੇ ਜੂਨੀ ਵਿੱਚ ਕਦੇ ਕਿਸੇ ਜੂਨੀ ਦੇ ਵਿੱਚ ਹਰ ਇੱਕ ਜੂਨੀ ਦੇ ਵਿੱਚ ਇਹਦਾ ਲਕਸ਼ ਬਦਲ ਜਾਂਦਾ ਰਿਹਾ ਹੈ। ਕਿਉਂਕਿ ਆਪਣਾ ਅਸਲ ਲਕਸ਼ ਇਹਨੇ ਧਾਰਨ ਨਹੀਂ ਕੀਤਾ। ਜਦੋਂ ਤੱਕ ਅਸੀਂ ਆਪਣੇ ਅਸਲੀ ਲਕਸ਼ ਨੂੰ ਪਛਾਣ ਨਹੀਂ ਲੈਂਦੇ ਉਦੋਂ ਤੱਕ ਭਟਕਦੇ ਰਹਾਂਗੇ। ਇਹਦਾ ਇੱਕ ਸਿੱਧਾ ਜਿਹਾ ਪ੍ਰਮਾਣ ਹੈ। ਜਿਵੇਂ ਸਾਨੂੰ ਭੁੱਖ ਲੱਗਦੀ ਹੈ ਨਾ, ਭੁੱਖ ਕਿਵੇਂ ਮਿਟੇਗੀ? ਜਦੋਂ ਆਪਾਂ ਰੋਟੀ ਖਾ ਲਵਾਂਗੇ। ਸਾਰਿਆਂ ਪਦਾਰਥਾਂ ਵਿੱਚੋਂ ਰੋਟੀ ਪ੍ਰਧਾਨ ਹੈ। ਤੁਸੀਂ ਜੂਸ ਪੀ ਲਵੋ, ਹੋਰ ਫਲ ਖਾ ਲਵੋ, ਡਰਾਈ ਫੂਡ ਖਾ ਲਵੋ, ਕੁਝ ਖਾ ਲਵੋ, ਪਰ ਅੰਦਰ ਤ੍ਰਿਪਤੀ ਜੀ ਨਹੀਂ ਹੋਣੀ। ਹੈ ਸਾਰਾ ਹੀ ਪਦਾਰਥ ਉਹ ਵੀ ਵਕਤੀ ਤੌਰ 'ਤੇ ਤੁਹਾਡੀ ਭੁੱਖ ਵੀ ਮਿਟਾ ਦੇਵੇਗਾ, ਪਰ ਤਸੱਲੀ ਜੀ ਨਹੀਂ ਹੋਣੀ। ਪਰ ਜਦੋਂ ਰੋਟੀਆਂ ਦੋ ਖਾ ਲਈਆਂ, ਉਸ ਬੰਦੇ ਨੂੰ ਭਾਵੇਂ ਡਰਾਈ ਫੂਡ ਮਿਲਿਆ ਕਿ ਨਹੀਂ ਮਿਲਿਆ, ਭਾਵੇਂ ਉਹਨੂੰ ਜੂਸ ਮਿਲਿਆ, ਫਲ ਫਰੂਟ ਮਿਲਿਆ ਕਿ ਨਹੀਂ ਮਿਲਿਆ, ਰੋਟੀਆਂ ਦੋ ਖਾ ਲਈਆਂ, ਕਹਿੰਦਾ ਤ੍ਰਿਪਤੀ ਹੋ ਗਈ ਹੈ, ਰੱਜ ਗਿਆ। ਇਸੇ ਤਰ੍ਹਾਂ ਗੁਰਮੁਖੋ ਹੋਰ ਜਿੰਨੇ ਮਰਜ਼ੀ ਮਨੁੱਖ ਕਰਮ ਕਰੀ ਜਾਵੇ, ਨਾਮ ਜਪ ਕੇ ਹੀ ਤ੍ਰਿਪਤੀ ਹੋਣੀ ਹੈ। ਨਾਮ ਜਪਣ ਤੋਂ ਬਿਨਾਂ ਤ੍ਰਿਪਤੀ ਨਹੀਂ ਹੋਣੀ। ਭਾਵੇਂ ਤੀਰਥਾਂ 'ਤੇ ਜਾਵੇ, ਭਾਵੇਂ ਹਵਨ ਕਰੇ, ਭਾਵੇਂ ਕੁਝ ਵੀ ਕਰੇ, ਜਦੋਂ ਤੱਕ ਨਾਮ ਨਹੀਂ ਜਪੇਗਾ ਉਦੋਂ ਤੱਕ ਤ੍ਰਿਪਤੀ ਨਹੀਂ ਹੋਵੇਗੀ। ਇਹ ਪੁਰਾਣੇ ਯੁੱਗਾਂ ਦੇ ਵਿੱਚ ਲੋਕ ਇਸ ਤਰ੍ਹਾਂ ਦੇ ਕਰਮ ਜ਼ਿਆਦਾ ਕਰਦੇ ਸਨ। ਪਰ ਇੱਕ ਗੱਲ ਯਾਦ ਰੱਖਣੀ, ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਸਾਰੇ ਯੁੱਗਾਂ ਵਿੱਚ ਨਾਮ ਦੀ ਹੀ ਮਹਿਮਾ ਰਹੀ ਹੈ। ਹੁਣ ਕਲਯੁੱਗ ਦੇ ਵਿੱਚ ਲੋਕ ਭਾਵੇਂ ਲੋਕ ਅਥਰਵਣ ਵਾਲੀ ਮਰਿਆਦਾ ਨੂੰ ਧਾਰਨ ਕਰ ਲੈਣ, ਪਰ ਨਾਮ ਨਾਲ ਹੀ ਛੁਟਕਾਰਾ ਹੋਣਾ ਹੈ। ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਪਹਿਲਾਂ ਮਹਾਰਾਜ ਸਤਿਗੁਰੂ ਜੀ ਉਹਨਾਂ ਯੁੱਗਾਂ ਦੀ ਮਰਿਆਦਾ ਦੱਸਦੇ ਨੇ, ਜੋ ਉਹਨਾਂ ਯੁੱਗਾਂ ਦੀ ਮਰਿਆਦਾ ਹੈ, ਜੋ ਕੁਝ ਉਹਨਾਂ ਯੁੱਗਾਂ ਦੇ ਵਿੱਚ ਹੋਇਆ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ, ਮਹੱਲਾ ਪਹਿਲਾ। ਸ਼ਾਮ ਕਹਿ ਸੇਤ ਅੰਬਰ ਸੁਆਮੀ, ਸੱਚ ਮੈਂ ਆਛੈ ਸਾਚ ਰਹੇ। ਸ਼ਾਮ ਵੇਦ ਇਹ ਚਾਰ ਵੇਦਾਂ ਵਿੱਚੋਂ ਸਤਿਯੁਗੀ ਵੇਦ ਮੰਨਿਆ ਗਿਆ ਹੈ। ਵੈਸੇ ਵੇਦਾਂ ਦੀ ਰਚਨਾ ਵਿੱਚ ਪਹਿਲਾਂ ਰਿਗ ਵੇਦ ਆਉਂਦਾ ਹੈ। ਸ਼ਾਮ ਕਹਿ ਸੇਤੰਬਰ ਸੁਆਮੀ, ਸੱਚ ਮੈਂ ਆਛੈ ਸਾਚ ਰਹੇ। ਸ਼ਾਮ ਦੇ ਵੇਦ ਦੇ ਵਿੱਚ ਕੀ ਲਿਖਿਆ ਹੋਇਆ ਹੈ? ਉਹ ਸਤਿਯੁਗ ਦੇ ਵਿੱਚ ਜੋ ਕੁਝ ਹੋਇਆ ਸ਼ਾਮ ਵੇਦ ਦੇ ਵਿੱਚ ਉਹ ਲਿਖਿਆ ਹੈ। ਸ਼ਾਮ ਵੇਦ ਦੇ ਵਿੱਚ ਕੀ ਸੀ? ਲੋਕ ਸੰਤੋਖੀ ਸਨ ਸਾਰੇ। ਬੜੀ ਸੰਤੋਖ ਵਾਲੀ ਬਿਰਤੀ ਕਰਨ ਤਪੱਸਿਆ ਵਨ ਵਿਖੇ। ਭਾਈ ਗੁਰਦਾਸ ਜੀ ਲਿਖਦੇ ਨੇ
कि उस समय लोग जंगलों में रहंदे बहुते आम करके ते तपस्या करी जानी, नाम जपी जाना, कोई ना कोई साधना करी जानी, होर कोई बहुती भज दौड़ नहीं सी। शाम कैसे तंबर स्वामी सच में आछै साच रहे। उस समय जिहड़ा अवतार मन्निया गया है, हंसा अवतार मन्निया गया है, श्री गुरु ग्रंथ कोश दे विच हंसा अवतार का जिक्र आउंदा है। श्री कृष्ण जी जदों उद्धव दे नाल उन्हां दे सवाल जवाब हो रहे ने ते उद्धव जी पुछदे ने कृष्ण जी नूं भी हंसा अवतार बारे दसो। तां हंसा अवतार कहंदे जिस समय सतयुग दा समा सी, ब्रह्मा दे जिहड़े 4 पुत्तर जिन्हां दा जिक्र आउंदा, जिन्हां दा भगत कबीर साहब जी भी कहंदे ने सनक सनंद महेश समाना सेख नाग तेरो मरम ना जाना। सनक सनंद संत ते संत कुमार, ये 4 ब्रह्मे दे पुत्तर ते इन्हां ने ये वर मंगिया कि असीं परमात्मा की भगती करनी है, सिमरन करना है, पर इन्हां दे अंदर एक ये ख्याल सी कि असीं भगती करके उहदा अंत लैना है। और बड़ा लंबा समा ये तपस्या करते रहे पर अंत नहीं लै सके। कहते हैं कि उस समय हंसा अवतार धारण करके विष्णु जी ने इन्हां दी जिहड़ी शंका सी मन दी वो निवृत्त की ते बस हंसा अवतार का इन्ना कुछ जिक्र जिहड़ा है वो गुरु ग्रंथ कोश दे विच आया है हंसा अवतार बारे। शाम कह से तंबर स्वामी सेत अंबर, अंबर नाम है कपड़े का, सेत कहते ने चिट्टे नूं। चिट्टे कपड़े पा के अज भी जे शाम वेद नूं पढ़ना है उहदी मर्यादा है चिट्टे कपड़े पा के पढ़ना। ये चिट्टे कपड़े जिहड़े ने वस्त्र ने ये संतोखी बिरती है। जदों मनुख चिट्टे वस्त्र पा लवे इन्हां वस्त्रां दा की असर हुंदा है, अंदर कुछ ना कुछ संतोख बिरती बनती है। पर जे कल्ले चिट्टे कपड़े पा के आपां कहिए भी संतोख आ जाएगा नहीं। हाँ, इन्हां दा कुछ ना कुछ असर है। गुरबाणी दे विच महाराज ने दस्सिया ना कि बाबा होर पहनण खुशी खुआर जित पैदा तन पीड़ी है मन में चले विकार। तुसीं वेखना तमाम दुनिया दे विच जिन्ने भी धर्म ने उन्हां दे धर्म दे जिन्ने भी पैगंबर अवतार आए ने सारियां ने किसी ना किसी रंग नूं तरजीह दिती है भी इस रंग दे वस्त्र पहनो, क्योंकि कपड़े का अपना एक असर हुंदा है, अन्न का अपना एक असर हुंदा है, संगत का अपना एक असर हुंदा है, थां का एक अपना असर हुंदा है। जिस तरह की थां ते आपां जाके बैठांगे उस तरह की मन विच ख्याल चलन लग जाते हैं। आपां पार्क विच जाके बैठांगे उस तरह के ख्याल, किते जूआ खाना चलता है उहदे कोल जाके खड़ जाएंगे उस तरह के ख्याल मन विच उस थां दा उस चीज़ का असर होने लग जाता है। जे आपां विआह शादी किते फंक्शन चल रही है उत्थे बंदा चला जाएगा उस तरह का अंदर ख्याल चलन लग जाएंगे। जे किते कोई पुरानी चढ़ाई कर गया है उत्थे जाके खड़ जाएंगे उस तरह का वो अंदर ख्याल चलन लग जाते हैं। असर हुंदा है हर एक चीज़ का आपो अपना असर हुंदा है, कुछ ना कुछ हुंदा है, सारा नहीं हुंदा। इस तरह ये चिट्टे कपड़ियां का अवतार मन्निया गया है। चिट्टा रंग अज भी शाम वेद नूं जदों पढ़ते हैं पंडित ब्राह्मण वो चिट्टे रंग के कपड़े पा लेंदे ने। उस समय कहते जिहड़ा स्वामी मालक अवतार होया उहदे चिट्टे रंग के कपड़े सन। शाम कह से तंबर स्वामी,
ਸ਼ਾਮ ਵੇਦ ਕਹਿੰਦਾ ਹੈ ਉਹ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਉਜਲ ਹੈ। ਵਿਦਵਾਨਾਂ ਨੇ ਇਹਦੇ ਬਹੁਤ ਸਾਰੇ ਅਰਥ ਕੀਤੇ ਨੇ। ਸੱਚ ਮੈਂ ਆਚੈ ਸਾਚ ਰਹੇ। ਉਸ ਸਮੇਂ ਜਿਹੜੇ ਲੋਕ ਨੇ ਬਹੁਤਾਤ ਗਿਣਤੀ ਜਿਹੜੀ ਹੈ ਉਹ ਸੱਚ ਦਾ ਹੀ ਰੂਪ ਸਨ। ਕੋਈ ਛਲ ਫਰੇਬ ਨਹੀਂ ਕਿਸੇ ਤਰ੍ਹਾਂ ਦਾ, ਕੋਈ ਝੂਠ ਨਹੀਂ, ਕੋਈ ਨਿੰਦਿਆ ਨਹੀਂ, ਕੋਈ ਈਰਖਾ ਨਹੀਂ, ਕੋਈ ਦਵੈਸ਼ ਨਹੀਂ। ਬੱਚਿਆਂ ਵਾਲੀ ਬਿਰਤੀ ਬਿਲਕੁਲ ਛਲ ਕਪਟ ਤੋਂ ਰਹਿਤ, ਔਰ ਉਹ ਸੱਚ ਵਿੱਚ ਟਿਕੇ ਰਹਿੰਦੇ ਸਨ। ਜਨਮ ਤੋਂ ਲੈ ਕੇ ਮਰਨ ਤੱਕ ਬਹੁਤਾਤ ਗਿਣਤੀ ਵਿੱਚ ਇਹ ਹੁੰਦਾ ਸੀ। ਲੋਕ ਸਤੋ ਗੁਣੀ ਸਨ, ਸੰਤੋਖੀ ਗੁਣਾਂ ਵਾਲੇ, ਬੜੇ ਸ਼ਾਂਤ ਚਿੱਤ। ਮਹਾਰਾਜ ਕਹਿੰਦੇ ਸਭ ਕੋ ਸੱਚ ਸਮਾਵੈ। ਸ਼ਾਮ ਵੇਦ ਕਹਿੰਦਾ ਉਸ ਸਮੇਂ ਸਾਰੇ ਸੱਚ ਵਿੱਚ ਸਮਾ ਜਾਂਦੇ ਸਨ, ਭਾਵ ਵਾਹਿਗੁਰੂ ਵਿੱਚ ਲੀਨ ਰਹਿੰਦੇ ਸਨ। ਰਿਗ ਕਹਿ ਰਿਹਾ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ। ਰਿਗ ਵੇਦ ਤ੍ਰੇਤਾ ਯੁੱਗ ਆ ਗਿਆ। ਰਿਗ ਵੇਦ ਦੀ ਮਰਿਆਦਾ ਉਸ ਸਮੇਂ ਜੋ ਵਿਸ਼ਨੂੰ ਦੇ ਅਵਤਾਰ ਹੋਏ ਨੇ ਰਾਮਚੰਦਰ ਜੀ, ਦੇਵਤਿਆਂ ਦੇ ਵਿੱਚ ਸੂਰ ਕਹੀਏ ਸਭ ਨਾਲੋਂ ਸੂਰਮੇ ਪੂਜਨੀਕ, ਸੂਰਜ ਦੀ ਤਰ੍ਹਾਂ। ਰਾਮ ਨਾਮ ਦੇਵਾ ਮੈਂ ਸੂਰ, ਸੂਰ ਭਾਵ ਸੂਰਜ ਦੀ ਤਰ੍ਹਾਂ, ਜਿਨ੍ਹਾਂ ਦਾ ਨਾਮ ਸਾਰੇ ਦੇਵਤਿਆਂ ਦੇ ਵਿੱਚ ਚਮਕਿਆ, ਪੂਜਿਆ ਗਿਆ। ਨਾਏ ਲਿਆ ਪ੍ਰਾਸ਼ਤ ਜਾਏ, ਨਾਨਕ ਤੋਂ ਮੁਖ ਅੰਤਰ ਪਾਏ। ਉਹਨਾਂ ਦਾ ਨਾਮ ਲੈ ਕੇ ਕਹਿੰਦੇ ਪਾਪ ਖਤਮ ਹੋ ਜਾਂਦੇ ਸਨ। ਐਸੀ ਲੋਕਾਂ ਦੀ ਮਨੋਤ ਸੀ। ਭਾਵੇਂ ਉਹ ਸਤਯੁਗ ਵਿੱਚ ਹੰਸਾ ਅਵਤਾਰ ਦੀ ਗੱਲ ਆਉਂਦੀ ਹੈ ਅਤੇ ਭਾਵੇਂ ਤ੍ਰੇਤੇ ਯੁੱਗ ਵਿੱਚ ਰਾਮਚੰਦਰ ਜੀ ਦੀ ਗੱਲ ਆਉਂਦੀ ਹੈ, ਅਤੇ ਪਾਤਸ਼ਾਹ ਕਹਿੰਦੇ ਉਸ ਸਮੇਂ ਲੋਕਾਂ ਦੀ ਇਹ ਮਨੋਤ ਸੀ ਜਿਹਨੇ ਇਹ ਨਾਮ ਜਪ ਲਿਆ ਉਹ ਮੁਕਤ ਹੋ ਜਾਵੇਗਾ, ਉਹਨੂੰ ਅੰਦਰੋਂ ਮੁਕਤੀ ਮਿਲ ਜਾਂਦੀ ਹੈ। ਐਸਾ ਉਹਨਾਂ ਦਾ ਖਿਆਲ ਸੀ। ਤੋ ਪਾਤਸ਼ਾਹ ਕਹਿੰਦੇ ਜੁਝ ਮੈਂ ਜੋਰ, ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਿਆ। ਦੁਆਪਰ ਯੁੱਗ ਆ ਗਿਆ, ਇਹਦੇ ਵਿੱਚ ਜੁਜਰ ਵੇਦ ਦੀ ਮਰਿਆਦਾ ਆ ਗਈ। ਜੁਜਰ ਵੇਦ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਘਾਲਣਾ ਬਾਰੇ ਲਿਖਿਆ ਗਿਆ, ਬੜੇ ਵੱਡੇ ਜੱਗ ਹਵਨ ਇਤਿਆਦਿਕ। ਅਤੇ ਜੁਜਰ ਵੇਦ ਕੀ ਕਹਿੰਦਾ ਹੈ, ਉਸ ਸਮੇਂ ਕ੍ਰਿਸ਼ਨ ਜੀ ਯਾਦਵ ਕੁਲ ਦੇ ਵਿੱਚ ਹੋਏ ਹਨ। ਸ੍ਰੀ ਕ੍ਰਿਸ਼ਨ ਜੀ ਨੇ ਉਸ ਸਮੇਂ ਦੁਆਪਰ ਯੁੱਗ ਦੇ ਵਿੱਚ ਰਾਸ ਲੀਲਾ ਰਚੀ। ਚੰਦਰਾਵਲ ਗੋਪੀ ਜਿਹੜੀ ਹੈ ਇਹਨੂੰ ਛਲਣਾ ਕੀਤਾ। ਇਹਦੇ ਬਾਬਤ ਦਸਮ ਗ੍ਰੰਥ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇਹਦਾ ਉਲੱਥਾ ਕੀਤਾ ਹੈ। ਜੋ ਕ੍ਰਿਸ਼ਨ ਜੀ ਦੇ ਗ੍ਰੰਥ ਆਉਂਦੇ ਹਨ, ਉਹਨਾਂ ਦੇ ਜਿਹੜੇ ਜੀਵਨ ਦੇ ਪ੍ਰਸੰਗ ਆਉਂਦੇ ਹਨ, ਉੱਥੇ ਮਹਾਰਾਜ ਜੀ ਨੇ ਸਾਰੇ ਅਵਤਾਰਾਂ ਦਾ ਜ਼ਿਕਰ ਕੀਤਾ। ਉਹਦਾ ਕਾਰਨ ਹੈ ਉਹ ਮਹਾਰਾਜ ਜੀ ਨੇ ਆਪ ਹੀ ਦੱਸਿਆ ਹੈ ਕਿ ਆਪਣੇ ਖਾਲਸੇ ਨੂੰ ਇਹ ਗਿਆਨ ਕਰਾਉਣ ਵਾਸਤੇ ਵੀ ਇਹਨਾਂ ਦਾ ਜੀਵਨ ਕੈਸਾ ਸੀ। ਬਾਕੀ ਪਾਤਸ਼ਾਹ ਕਹਿੰਦੇ ਕਿਸ਼ਨ ਵਿਸ਼ਨ ਕਬੂ ਨੇ ਧਿਆਉ, ਬਈ ਅਸੀਂ ਉਹਨਾਂ ਨੂੰ ਧਿਆਉਂਦੇ ਨਹੀਂ, ਉਹਨਾਂ ਨੂੰ ਮੰਨਦੇ ਨਹੀਂ। ਜੋ ਪ੍ਰਸੰਗ ਜਿਸ ਤਰ੍ਹਾਂ ਸਨ ਉਸੇ ਤਰ੍ਹਾਂ ਮਹਾਰਾਜ ਨੇ ਉਹਨਾਂ ਦਾ ਅਨੁਵਾਦ ਕੀਤਾ ਹੈ। ਉਹਦਾ ਭਾਵ ਇਹ ਨਹੀਂ ਕਿ ਮੰਨਣਾ ਹੈ। ਮਹਾਰਾਜ ਕਹਿੰਦੇ ਹਨ, ਹੇ ਵਾਹਿਗੁਰੂ ਨਿਰੰਕਾਰ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਜਦੋਂ ਤੱਕ ਵਾਹਿਗੁਰੂ ਤੇਰੇ ਚਰਨ ਪਕੜੇ ਨੇ, ਕਿਸੇ ਨੂੰ ਆਪਣੀ ਅੱਖ ਥੱਲੇ ਨਹੀਂ ਲਿਆਂਦਾ। ਭਾਵ ਅਸੀਂ ਕਿਸੇ ਹੋਰ ਨੂੰ ਨਹੀਂ ਮੰਨਦੇ, ਕਿਸੇ ਹੋਰ ਦੀ ਪੂਜਾ ਨਹੀਂ ਕਰਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦੇਖੋ ਜ਼ਿਕਰ ਆਇਆ ਹੈ। ਮਹਾਰਾਜ ਜੀ ਨੇ ਉਹਨਾਂ ਦੇਵਤਿਆਂ ਦੇ, ਉਹਨਾਂ ਅਵਤਾਰਾਂ ਦਾ ਜ਼ਿਕਰ ਕੀਤਾ ਹੈ। ਕ੍ਰਿਸ਼ਨ ਜੀ ਨੇ ਚੰਦਰਾਵਲ ਗੋਪੀ, ਇਹਦੇ ਬਾਰੇ ਜ਼ਿਕਰ ਆਉਂਦਾ ਹੈ। ਇਹ ਰਾਧਾ ਦੇ ਚਾਚੇ ਬ੍ਰਿਖਭਾਣ ਦੀ ਪੁੱਤਰੀ ਸੀ। ਇਹ ਗੋਕਲ ਵਿੱਚ ਜਦੋਂ ਵਿਆਹੀ ਗਈ, ਇਹਦਾ ਰੂਪ ਬੜਾ ਸੁੰਦਰ ਸੀ। ਕਹਿੰਦੇ ਹਨ ਕਿ ਇਹਨੇ ਇੱਕ ਦਿਨ ਜਿਹੜੀਆਂ ਗੋਪੀਆਂ ਸਨ ਉਹਨਾਂ ਨੂੰ ਮਿਹਰਾ ਮਾਰਿਆ ਵੀ ਕ੍ਰਿਸ਼ਨ ਦਾ ਰੰਗ ਕਾਲਾ ਹੈ ਅਤੇ ਤੁਸੀਂ ਉਹਦੇ ਨਾਲ ਰਾਸ ਲੀਲਾ ਕਰਦੀਆਂ, ਨੱਚਦੀਆਂ ਹੋ, ਗਾਉਂਦੀਆਂ ਹੋ।
ये गल ठीक नहीं है। उन्होंने गोपियां नूं इस गल का गुस्सा लगा तो उन्होंने कृष्ण जी के कोल आके गल दसी भी इदां सानू चंद्रावल ने मिहणा मारिया है। तो कृष्ण जी ने फिर उसनूं छलना कीता। सारे गोकुल दे विच जिहड़े हन वो दीवे बुझा दिते गए। इन्हां ने अपनी शक्ति नाल सारे कला इन्हां दे घर दा दीवा जगदा पिया। रात का समा वो दीवा जगाने वास्ते वेखदी किधरों लाइट अग मिल जाए, पर कितों भी नहीं। तो फिर वो देखदी वो कृष्ण जी के घर दीवा जग रहा, उत्थे आउंदी दीवा जगाने वास्ते। जिस समय दीवे तो दीवा जगान लगती उस सामने कृष्ण जी आ जाते ने। वो ऐसी कला वरतांदे ने चंद्रावल नूं ये ही नहीं पता लगता भी मेरा हाथ दीवे ते सड़ रहा है। इन्ना वेख के आकर्षित हो जाती है। इस तो अगे होर भी उहदे बारे बहुत कुछ लिखिया है। इस तरह चंद्रावल गोपी नूं कृष्ण जी ने छड़िया। उन्हां दा ये जीवन रहा द्वापर युग दे विच। इस तरह की वो रास लीला करते रहे। पार जात गोपी लै आया बिंदरा बन में रंग किया। कृष्ण जी नूं मिलण वास्ते एक बारी नारद मुनि आया, जो कि देवतियां दे इंद्र देव दे बाग विचों जिहड़े 5 उत्थे दरख्त मन्ने गए उन्हां विचों एक पार जात दरख्त है। ਉਹਦਾ एक बड़ा सोहना फुल लैके आया। ਉਹਦੀ ਵੱਖਰੀ एक दिख आभा सुगंधी। वो फुल कृष्ण जी नूं भेटा कीता। कृष्ण जी ने वो फुल अपनी राणी रुकमणी नूं दे दिता। तो सतभामा जिहड़ी राणी सी उन्हें फिर कहा महाराज मैनूं भी इहदे नाल दा फुल चाहीदा है। नारद मुनि तो मंग की। नारद मुनि कहंदा भी ये तां इंद्र देव दे कोल ही, मेरे कोल नहीं, मैनूं तां इक्को मिलिया सी, मैं तुहानूं भेटा करता है। कृष्ण जी ने इंद्र देव कोलों जाके मंगिया, उन्हें दिता नहीं भी ये तो मात लोग की चीज़ नहीं, ये तो स्वर्ग दी है। फिर जंग कीता कृष्ण जी ने फुल वास्ते इंद्र देवते नाल, ते जंग करके इंद्र देवते नूं हरा के पार जात वो बूटा ही पट लिया, उतों वो दरख्त ही पट लिया। कृष्ण वो लिया के अपने बाग दे विच लाया। कहते हैं कि जदों तक कृष्ण जी रहे वो बूटा उत्थे रहा, मुड़ के फिर स्वर्ग नूं चला गया। ऐसी मनोत है उन्हां दी। गुरमत दा इहदे नाल कोई संबंध नहीं। महाराज दसम ग्रंथ दे विच भी गुरु गोबिंद सिंह सारा कुछ लिखते हैं। तो गुरु ग्रंथ साहिब महाराज जी के अंदर भी जिक्र कई थावां ते इन्हां चीज़ां दा आउणा है। पर महाराज सारियां इस्लाम मत दियां जां होर मतां दियां चीज़ां दे के अखीर विच गुरमत की मर्यादा दसदे ने भी गुरमत साडी की कहती है, असी किस चीज़ नूं मनना है। पार जात गोपी लै आया बिंदरा बन में रंग किया। वृंदावन दे विच रास कीती कृष्ण जी ने बहुत समा। महाराज कहंदे ऐसा उन्हां दा जीवन रहा कृष्ण जी का। ये द्वापर युग की मर्यादा ऋग्वेद दे विच जिवें जिवें लिखी है। तो पातशाह कहते इस तरह के लोग सन उस समय के अंदर। कल में वेद अथर्वण हुआ नाउ खुदाई अलो पिया। कलयुग के विच जिहड़ा वेद की मर्यादा है अथर्वण वेद उसकी मर्यादा चल रही है। लोग धागे तवीर टूने इत्यादि इन्हां वल ज़्यादा आकर्षित हैं। तुसीं वेखोगे पढ़े लिखे लोग भी ये चीज़ां करी जाते हैं। एक अनपढ़ बंदा जिन्होंने समझ नहीं है वो तो चलो मनो मन्निया भी करे, पर पढ़े लिखे लोग भी हवन कराई जाणगे, होर इदां दीयां चीज़ां करी जाणगे। धागे तवी जादू मंत्रां वाले जिहड़े हवन हुंदे ने। तो महाराज सच्चे पातशाह कहंदे जदों ये समा आया कलयुग का, तो उस समय फिर की होया, जिहड़े तुरक मुसलमान सन मुगल, इन्हां ने हिंदुस्तान के उपर ऐसा कब्जा किया जो राम कृष्ण जां हंसा अवतार नूं जपदे सन वो सारा छड़ा दिता। तो उन्होंने अपना अल्लाहू अल्लाहू इत्थे जपाना शुरू कर दिता। नाओ खुदाई अल्लो पिया। नील वस्त्र ले कपड़े पहरे तुर्क पठानी अमल किया। तो मुसलमानों ने कानून भी लागू किया, जिन्हें सरकारी दफ्तर में आना, जिन्हें सरकारी कर्मचारी हिंदुओं के भी होणगे
ਉਹ ਨੀਲੇ ਵਸਤਰ ਪਾ ਕੇ ਆਉਣਗੇ। ਇਸ ਤਰ੍ਹਾਂ ਸਾਰੇ ਪਾਸੇ ਜਿਹੜਾ ਇਸਲਾਮ ਦੀ ਬੋਲਬਾਲਾ ਹੋ ਗਿਆ। ਤੁਰਕਾਂ ਤੇ ਪਠਾਣਾਂ ਦਾ ਜਿਹੜਾ ਸੀ ਉਹ ਸ਼ਰ੍ਹਾ ਲਾਗੂ ਹੋਈ, ਉਹਨਾਂ ਦੇ ਕਾਨੂੰਨ ਨੂੰ ਮੰਨਿਆ ਗਿਆ। ਚਾਰੇ ਵੇਦ ਹੋਏ ਸਚਿਆਰ, ਪੜ੍ਹੇ ਗੁਣੇ ਤਿਨ ਚਾਰ ਵਿਚਾਰ। ਇਸ ਤਰ੍ਹਾਂ ਸਾਰੇ ਵੇਦ ਆਪੋ ਆਪਣੀ ਥਾਂ 'ਤੇ ਸੱਚ ਹੋ ਕੇ ਨਿਬੜੇ ਹਨ। ਮਹਾਰਾਜ ਕਹਿੰਦੇ ਪੜ੍ਹੇ ਗੁਣੇ ਤਿਨ ਚਾਰ ਵਿਚਾਰ, ਪਰ ਉਹਨਾਂ ਵਿੱਚੋਂ ਕੋਈ ਤੱਤ ਦੀ ਗੱਲ ਕਿਸੇ ਵਿਰਨੇ ਨੇ ਲਈ ਹੈ, ਉਹ ਸੀ ਨਾਮ। ਵੇਦਾਂ ਮੈਂ ਨਾਮ ਉਤੋਂ ਸੋ ਸੁਣੇ ਨਾਹੀ, ਫਿਰੇ ਜਿਉਂ ਬੇਤਾਲਿਆ। ਵੇਦਾਂ ਵਿੱਚ ਨਾਮ ਦੀ ਗੱਲ ਕੀਤੀ ਗਈ ਹੈ, ਪਰ ਘੱਟ ਕੀਤੀ ਗਈ। ਮੰਤਰਾਂ ਅਤੇ ਜੰਤਰਾਂ ਇਹਨਾਂ ਚੀਜ਼ਾਂ 'ਤੇ ਵਾਧਾ ਜ਼ੋਰ ਲਾਇਆ ਗਿਆ, ਪਰ ਨਾਮ ਵਾਲੇ ਪਾਸੇ ਲੋਕ ਆਉਂਦੇ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੇਵਲ ਨਾਮ ਦੀ ਗੱਲ ਹੈ, ਅਤੇ ਆਪਾਂ ਕਿੰਨਾ ਕੁ ਸਿੱਖ ਕਿੰਨਾ ਕੁ ਨਾਮ ਨਾਲ ਜੁੜ ਗਏ ਨੇ। ਵੇਦਾਂ ਮੈਂ ਨਾਮ ਉਤੋਂ ਸੋ ਸੁਣੇ ਨਾਹੀ। ਮਹਾਰਾਜ ਕਹਿੰਦੇ ਕੋਈ ਵਿਰਲੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਪੜ੍ਹ ਕੇ ਉਹਨਾਂ ਵਿੱਚੋਂ ਤੱਤ ਦੀ ਗੱਲ ਨੂੰ ਲਿਆ ਹੈ। ਭਾਉ ਭਗਤ ਕਰਨੀ ਸਦਾਏ, ਤੋ ਨਾਨਕ ਮੋਖ ਅੰਤਰ ਪਾਏ। ਇੱਥੇ ਮਹਾਰਾਜ ਹੁਣ ਗੁਰਮਤਿ ਦਾ ਸਿਧਾਂਤ ਦੱਸਦੇ ਨੇ। ਪਾਤਸ਼ਾਹ ਕਹਿੰਦੇ ਜਿਹੜੇ ਪ੍ਰੇਮਾ ਭਗਤੀ ਕਰਨਗੇ, ਆਪਣੇ ਆਪ ਨੂੰ ਭਗਤੀ ਕਰਦਿਆਂ ਨੀਚ ਸਦਾਣਗੇ, ਉਹੀ ਮੋਕਸ਼ ਹੋਣਗੇ, ਹੋਰ ਨਹੀਂ ਕੋਈ ਮੁਕਤ ਹੋਵੇਗਾ। ਕਿਉਂਕਿ ਇਹ ਭਗਤੀ ਜਪ ਤਪ ਕਰਕੇ ਕਈ ਤਰ੍ਹਾਂ ਦਾ ਹੰਕਾਰ ਆ ਜਾਂਦਾ ਹੈ। ਪੁਰਾਤਨ ਗ੍ਰੰਥ ਪੜ੍ਹੋ, ਰਿਸ਼ੀਆਂ ਮੁਨੀਆਂ ਨੂੰ ਬੜਾ ਬੜਾ ਹੰਕਾਰ ਹੋ ਜਾਂਦਾ ਸੀ। ਤੋ ਪਾਤਸ਼ਾਹ ਪ੍ਰਮਾਣ ਕਰਦੇ ਨੇ ਭਾਈ ਉਹੀ ਮੁਕਤ ਹੋਵੇਗਾ ਜਿਹੜਾ ਪ੍ਰੇਮ ਨਾਲ ਰੱਬ ਦੀ ਭਗਤੀ ਕਰੇਗਾ, ਅਤੇ ਭਗਤੀ ਕਰਕੇ ਆਪਣੇ ਆਪ ਨੂੰ ਨੀਵੇਂ ਥਾਂ 'ਤੇ ਰੱਖੇਗਾ ਕਿ ਮੈਂ ਕੁਝ ਵੀ ਨਹੀਂ ਹਾਂ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਪਾਵਨ ਅੰਮ੍ਰਿਤ ਬਚਨਾਂ ਦੇ ਦੁਆਰਾ ਜਿਹੜਾ ਹੈ ਉਪਦੇਸ਼ ਦਿੱਤਾ ਹੈ। ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ